ਗੁਰੂ ਗਿਆਨ ਟੀਵੀ ਦੇ ਸਮੂਹ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਫਿਰ ਹਫ਼ਤਾਵਾਰੀ ਪ੍ਰੋਗਰਾਮ ਤੁਹਾਡੇ ਤੱਕ ਲੈ ਕੇ ਹਾਜ਼ਰ ਹੋ ਰਹੇ ਹਾਂ। ਪ੍ਰੋਗਰਾਮ ਦਾ ਨਾਮ ਹੈ ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ। ਇੱਕ ਕੋਸ਼ਿਸ਼ ਕੀਤੀ ਗਈ ਹੈ ਕਿ ਸਾਡੇ ਬੱਚਿਆਂ ਤੱਕ, ਸਾਡੇ ਨੌਜਵਾਨਾਂ ਤੱਕ, ਨਵੀਂ ਪੀੜ੍ਹੀ ਤੱਕ ਗੁਰੂ ਦਾ ਵਿਰਸਾ ਪਹੁੰਚਾਉਣ ਵਾਸਤੇ, ਉਹਨਾਂ ਨੂੰ ਗੁਰੂ ਦੇ ਵਿਰਸੇ ਨਾਲ ਪ੍ਰਤੀ ਜਾਣਕਾਰੀ ਦੇਣ ਵਾਸਤੇ ਵੱਖ-ਵੱਖ ਪ੍ਰੋਗਰਾਮ ਸ਼ੁਰੂ ਕੀਤੇ ਨੇ। ਉਹਨਾਂ ਵਿੱਚੋਂ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਕੋਲ ਬਹੁਤ ਹੀ ਪਿਆਰੇ ਵੀਰ ਇੰਜੀਨੀਅਰ ਹਰਜੋਤ ਸਿੰਘ ਜੀ, ਜੋ ਕਿ ਹਫ਼ਤਾਵਾਰੀ ਇਸ ਐਪੀਸੋਡ ਦੇ ਵਿੱਚ ਹਰ ਹਫ਼ਤੇ ਇੱਕ ਨਵੀਂ ਸਾਖੀ ਸਾਡੇ ਬੱਚਿਆਂ ਨੂੰ ਸੁਣਾਉਂਦੇ ਨੇ। ਆਓ ਉਹਨਾਂ ਨੂੰ ਜਿਉ ਆਇਆ ਆਖੀਏ। ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵੀਰ ਜੀ, ਤੁਹਾਨੂੰ ਜਿਉ ਆਇਆਂ ਨੂੰ। ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਸਾਡੇ ਪ੍ਰੋਗਰਾਮ ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ ਦੇ ਵਿੱਚ ਹਾਜ਼ਰ ਹੋਏ ਹੋ। ਦੁਨੀਆ ਤੇ ਵਿਦਵਾਨ ਸੱਜਣ ਕਹਿੰਦੇ ਨੇ ਕਿ ਜਿੱਥੇ ਲੋੜ ਹੋਵੇ, ਉਸ ਲੋੜ ਦੇ ਲਈ ਉਹਦੇ ਕੋਲੇ ਲੋੜ ਪੂਰਤੀ ਦਾ ਸਾਧਨ ਪਹੁੰਚੇ ਨਾ ਤਾਂ ਇਹ ਮਜਬੂਰੀ ਹੁੰਦੀ ਹੈ। ਬਿਨਾਂ ਲੋੜ ਤੋਂ ਜਿੱਥੇ ਲੋੜ ਨਹੀਂ ਹੈ ਉੱਥੇ ਪਹੁੰਚਾਈ ਜਾਈਏ ਤਾਂ ਬੇਕਦਰੀ ਹੁੰਦੀ ਹੈ। ਜਿਸ ਚੀਜ਼ ਦੀ ਜਿੱਥੇ ਲੋੜ ਹੈ ਉੱਥੇ ਪੂਰਤੀ ਹੋ ਜਾਵੇ ਤੇ ਸੋਨੇ ਤੇ ਸੁਹਾਗਾ ਹੁੰਦਾ ਹੈ। ਅੱਜ ਸਾਡੇ ਬੱਚੇ, ਅੱਜ ਸਾਡੀ ਨੌਜਵਾਨ ਪੀੜ੍ਹੀ ਸਿੱਖੀ ਵਿਰਸੇ ਨਾਲ ਜੁੜ ਜਾਵੇ। ਉਹਦੇ ਲਈ ਸਭ ਤੋਂ ਜ਼ਰੂਰੀ ਹੈ ਗੁਰਬਾਣੀ ਦੀਆਂ ਸਿੱਖਿਆਵਾਂ ਦਾ ਗਿਆਨ, ਗੁਰੂ ਗਿਆਨ ਦਾ ਖਜ਼ਾਨਾ ਅਤੇ ਗੁਰੂ ਵਿਰਸਾ, ਗੁਰੂ ਦੇ ਇਤਿਹਾਸ ਦੀਆਂ ਸਾਖੀਆਂ ਤੇ ਸਾਖੀਆਂ ਦੇ ਵਿੱਚੋਂ ਸਿੱਖਿਆਵਾਂ ਸਾਡੀ ਆਉਣ ਵਾਲੀ ਪੀੜ੍ਹੀ ਤੱਕ ਜ਼ਰੂਰ ਪਹੁੰਚਣੀਆਂ ਚਾਹੀਦੀਆਂ ਨੇ। ਦੁਨੀਆ ਤੇ ਇੰਗਲਿਸ਼ ਵਾਲੇ ਲੋਕ ਸਟੋਰੀ ਕਹਿੰਦੇ ਨੇ, ਦੁਨੀਆ ਵਾਲੇ ਇਸ ਨੂੰ ਕਹਾਣੀ ਕਹਿੰਦੇ ਨੇ ਤੇ ਗੁਰੂ ਕੇ ਇਸ ਨੂੰ ਸਾਖੀ ਕਹਿੰਦੇ ਨੇ। ਗੁਰਬਾਣੀ ਅੰਦਰ ਸਾਖੀ ਦੇ ਅਰਥ ਸਿੱਖਿਆ ਵੀ ਹੈ। ਅਸੀਂ ਆਪਣੇ ਵਿਰਸੇ ਬਾਰੇ ਸਿੱਖਣਾ ਹੈ। ਇਹਨਾਂ ਸਾਖੀਆਂ ਦੇ ਵਿੱਚੋਂ ਗੁਰੂ ਪਾਤਸ਼ਾਹ ਦੇ ਕੀਤੇ ਹੋਏ ਕੌਤਕ, ਮੇਰੇ ਚੋਜੀ ਪ੍ਰੀਤਮ ਗੁਰੂ ਸਾਹਿਬਾਨ ਦੇ ਕੀਤੇ ਹੋਏ ਚੋਜ, ਉਹ ਸਾਖੀਆਂ ਬਣਦੇ ਨੇ। ਉਹਨਾਂ ਸਾਖੀਆਂ ਦੇ ਵਿੱਚੋਂ ਜੋ ਸਿੱਖਿਆ ਮਿਲਦੀ ਹੈ ਉਹ ਸਾਡੇ ਲਈ ਬਹੁਤ ਹੀ ਕੀਮਤੀ ਖਜ਼ਾਨਾ ਬਣਦਾ ਹੈ। ਅੱਜ ਆਪਾਂ ਯਤਨ ਕਰਨਾ ਹੈ ਕਿ ਇਹ ਖਜ਼ਾਨਾ ਸਹੀ ਦਿਸ਼ਾ ਵੱਲ, ਸਹੀ ਥਾਂ ਤੇ ਪਹੁੰਚ ਜਾਵੇ। ਇੱਕ ਵਿਦਵਾਨ ਸੱਜਣ ਕਹਿੰਦਾ ਹੈ ਕਿ जंगल में बूटे सड़ते रहे या बगीची में फूल सूखते रहे, समुंदर में बारिश होती रही। साडा प्रचार सही दिशा ਵੱਲ ਹੋਵੇ, ਖਜ਼ਾਨਾ ਸਹੀ ਥਾਂ ਤੇ ਪਹੁੰਚੇ ਤੇ ਸੋਨੇ ਤੇ ਸੁਹਾਗਾ ਬਣ ਜਾਏਗਾ। ਉਹਦੇ ਲਈ ਗੁਰੂ ਗਿਆਨ ਟੀਵੀ ਚੈਨਲ ਵੱਲੋਂ ਇਹ ਯਤਨ ਕੀਤਾ ਗਿਆ ਸਾਡੀ ਆਉਣ ਵਾਲੀ ਪੀੜ੍ਹੀ ਤੱਕ ਗੁਰੂ ਵਿਰਸੇ ਦੀਆਂ ਸਾਖੀਆਂ। ਵੀਰ ਜੀ ਇੰਜੀਨੀਅਰ ਹਰਜੋਤ ਸਿੰਘ ਜੀ ਤੁਹਾਡੇ ਤੱਕ ਹਰ ਹਫ਼ਤੇ ਇੱਕ ਨਵੀਂ ਸਾਖੀ ਲੈ ਕੇ ਤੁਹਾਡੇ ਰੂਬਰੂ ਹੁੰਦੇ ਨੇ। ਆਓ ਅੱਜ ਉਹਨਾਂ ਤੋਂ ਇੱਕ ਨਵੀਂ ਸਾਖੀ ਸੁਣੀਏ। ਵੀਰ ਜੀ, ਤੁਹਾਡਾ ਧੰਨਵਾਦ। ਸਾਡੇ ਬੱਚੇ, ਸਾਡੇ ਪੇਰੈਂਟਸ, ਸਾਡੇ ਦਰਸ਼ਕ ਬੜੀ ਸ਼ਿੱਦਤ ਦੇ ਨਾਲ ਉਡੀਕਦੇ ਨੇ ਕਿ ਆਉਣ ਵਾਲੇ ਵੀਕਐਂਡ ਦੇ ਉੱਪਰ ਇੱਕ ਹੋਰ ਨਵੀਂ ਸਾਖੀ ਸੁਣਨ ਨੂੰ ਮਿਲੇਗੀ। ਅੱਜ ਉਹਨਾਂ ਦੇ ਨਾਲ ਗੁਰੂ ਵਿਰਸੇ ਦੇ ਨਾਲ ਸੰਬੰਧਿਤ ਕਿਹੜੀ ਸਾਖੀ ਤੁਸੀਂ ਸੰਗਤਾਂ ਦੇ ਰੂਬਰੂ ਕਰ ਰਹੇ ਹੋ, ਉਹ ਸਾਖੀ ਤੁਸੀਂ ਸੰਗਤਾਂ ਦੇ ਨਾਲ ਸਾਂਝੀ ਕਰਕੇ ਉਹਦੇ ਵਿੱਚੋਂ ਸਿੱਖਿਆ ਦਾ ਨਿਚੋੜ ਕੱਢ ਕੇ ਸਾਡੀ ਆਉਣ ਵਾਲੀ ਪੀੜ੍ਹੀ ਤੱਕ ਰੱਖ ਰਹੇ ਹੋ। ਤੁਹਾਡਾ ਬਹੁਤ ਧੰਨਵਾਦ ਜੀ। ਆਪ ਜੀ ਨੂੰ ਜੀਓ ਆਇਆਂ ਨੂੰ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਜਦੋਂ ਜੀਵਨ ਨਾਲ ਸਾਂਝ ਪਾਈਦੀ ਹੈ ਤੇ ਸਾਨੂੰ ਇਹ ਅਹਿਸਾਸ ਹੁੰਦਾ ਹੈ ਵੀ ਸਤਿਗੁਰੂ ਜੀ ਨੇ ਸਾਨੂੰ ਹਰ ਪੱਖ ਤੋਂ ਕੋਈ ਨਾ ਕੋਈ ਸਿੱਖਿਆ ਦੇਣ ਦਾ ਯਤਨ ਕੀਤਾ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਸ ਖਲਕਤ ਤੇ ਰਹਿਮਤ ਕੀਤੀ। ਔਰ ਜਦੋਂ ਗੁਰਬਾਣੀ ਦੇ ਵਿੱਚ ਆਪ ਜੀ ਦੇ ਬਚਨ ਪੜ੍ਹਦੇ ਹਾਂ, ਸਤਿਗੁਰੂ ਜੀ ਨੇ ਦੋ ਤਰੀਕਿਆਂ ਦੇ ਰੋਗਾਂ ਦਾ ਜ਼ਿਕਰ ਕੀਤਾ ਹੈ। ਦੁੱਖ ਵੀ ਹਨ ਜ਼ਿੰਦਗੀ ਦੇ ਵਿੱਚ, ਦੁੱਖ ਵੀ ਦੋ ਪ੍ਰਕਾਰ ਦੇ ਹੁੰਦੇ ਨੇ। ਇੱਕ ਤਾਂ ਉਹ ਦੁੱਖ ਜਾਂ ਇੱਕ ਉਹ ਰੋਗ ਜਿਹੜਾ ਸਰੀਰ ਤੱਕ ਸੀਮਤ ਹੁੰਦਾ ਹੈ,
ਦੁੱਖ ਵਿਛੋੜਾ, ਇੱਕ ਦੁੱਖ ਭੂਖ, ਇੱਕ ਦੁੱਖ ਸਖਤ ਵਾਰ ਜਮਦੂਤ, ਇੱਕ ਦੁੱਖ ਰੋਗ ਲੱਗੇ ਤਨ ਧਾਏ, ਵੈਦ ਨਾ ਭੋਲੇ ਦਾਰੂ ਲਾਏ। ਇੱਕ ਦੁੱਖ ਉਹ ਹੁੰਦਾ ਏ, ਇੱਕ ਰੋਗ ਉਹ ਹੁੰਦਾ ਏ ਜਿਹੜਾ ਸਰੀਰ ਤੱਕ ਸੀਮਤ ਹੁੰਦਾ। ਕਿਸੇ ਨੂੰ ਬੁਖਾਰ ਚੜ ਗਿਆ, ਕਿਸੇ ਨੂੰ ਕਿਸੇ ਪ੍ਰਕਾਰ ਦੀ ਬਿਮਾਰੀ ਹੋ ਗਈ। ਪਰ ਗੁਰਬਾਣੀ ਦੇ ਵਿੱਚ ਆਪਾਂ ਜ਼ਿਆਦਾਤਰ ਉਹਨਾਂ ਰੋਗਾਂ ਦੇ ਨਾਲ ਸਾਂਝ ਪਾਉਂਦੇ ਆ, ਉਹਨਾਂ ਰੋਗਾਂ ਦੇ ਬਾਰੇ ਪੜ੍ਹਦੇ ਆ ਜਿਹੜੇ ਰੋਗ ਆਤਮਾ ਦੇ ਨੇ, ਸਾਡੇ ਮਨ ਦੇ ਨੇ। ਸਤਿਗੁਰੂ ਜੀ ਨੇ ਆਪਣੇ ਜੀਵਨ ਦੇ ਵਿੱਚ ਸਾਨੂੰ ਤੰਦਰੁਸਤ ਰਹਿਣ ਲਈ ਵੀ ਬੜੇ ਸੁਝਾਅ ਦਿੱਤੇ ਨੇ, ਕਿਉਂਕਿ ਜੇ ਸਰੀਰ ਸਾਡਾ ਫਿੱਟ ਹੋਵੇਗਾ, ਸਰੀਰ ਤੰਦਰੁਸਤ ਹੋਵੇਗਾ, ਫਿਰ ਹੀ ਅਸੀਂ એનર્ਜੀ ਦੇ ਨਾਲ ਉਸ ਪਰਮਾਤਮਾ ਦੀ ਸਿਫਤ ਕਰ ਸਕਾਂਗੇ ਤੇ ਕਿਰਤ ਕਰ ਸਕਾਂਗੇ। ਕਿਉਂਕਿ ਜਿਨ੍ਹਾਂ ਦਾ ਸਰੀਰ ਤੰਦਰੁਸਤ ਨਹੀਂ, ਉਹਨਾਂ ਤੋਂ ਕਿਰਤ ਵੀ ਨਹੀਂ ਹੋਵੇਗੀ ਤੇ ਅੰਮ੍ਰਿਤ ਵੇਲੇ ਉੱਠ ਕੇ ਉਦਮ ਵੀ ਨਹੀਂ ਹੋਏਗਾ, ਸੇਵਾ ਵੀ ਨਹੀਂ ਹੋਏਗੀ। ਸਰੀਰ ਦਾ ਤੰਦਰੁਸਤ ਹੋਣਾ ਵੀ ਜ਼ਰੂਰੀ ਹੈ। ਪਰ ਗੁਰੂ ਸਾਹਿਬ ਜੀ ਨੇ ਸਭ ਤੋਂ ਵੱਧ ਫੋਕਸ ਕੀਤਾ, ਸਭ ਤੋਂ ਵੱਧ ਜਿਸ ਚੀਜ਼ ਤੇ ਜ਼ੋਰ ਦਿੱਤਾ ਹੈ ਉਹ ਇਹ ਆ ਵੀ ਸਾਡਾ ਮਨ, ਸਾਡਾ ਅੰਦਰ ਤੰਦਰੁਸਤ ਹੋਵੇ, ਅੰਦਰ ਬਿਲਕੁਲ ਠੀਕ ਹੋਵੇ, ਅੰਦਰ ਬਿਮਾਰ ਨਾ ਹੋਵੇ। ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਦੇ ਵਿੱਚ ਇੱਕ ਘਟਨਾ ਮਿਲਦੀ ਹੈ। ਜਿਵੇਂ ਭਾਈ ਗੁਰਦਾਸ ਜੀ ਨੇ ਬਚਨ ਕੀਤਾ ਹੈ ਨਾ, ਬਾਬਾ ਦੇਖੈ ਧਿਆਨ ਧਰ, ਜਲਤੀ ਸਭ ਪ੍ਰਿਥਵੀ ਦੇ ਸਾਈ। ਪਾਂਦੇ ਮੌਲਵੀ ਪਾਸੋਂ ਜਾਣੋਂ ਹਟ ਗਏ, ਪੜ੍ਹਨੋਂ ਹਟ ਗਏ, ਤੇ ਕਹਿੰਦੇ ਨੇ ਜਦੋਂ ਗੁਰੂ ਨਾਨਕ ਸਾਹਿਬ ਜੀ ਇਸ ਸ੍ਰਿਸ਼ਟੀ ਨੂੰ ਧਿਆਨ ਦੇ ਨਾਲ ਦੇਖਦੇ ਨੇ ਔਰ ਦੇਖਦੇ ਨੇ ਵੀ ਸਾਰਾ ਜਗਤ ਵਿਕਾਰਾਂ ਦੇ ਨਾਲ ਤੇ ਅੰਦਰ ਦੇ ਰੋਗਾਂ ਦੇ ਨਾਲ ਤਪ ਰਿਹਾ ਹੈ, ਔਰ ਐਸਾ ਕੁਝ ਦੇਖ ਕੇ ਅਕਸਰ ਮੇਰੇ ਗੁਰੂ ਨਾਨਕ ਪਾਤਸ਼ਾਹ ਚੁੱਪ ਹੋ ਕੇ ਬੈਠ ਜਾਂਦੇ। ਕਿਉਂਕਿ ਜਦੋਂ ਦੁਨੀਆ ਤੜਫਦੀ ਏ, ਦੁਨੀਆ ਦੀ ਤੜਫ ਦੇਖ ਕੇ ਮੇਰੇ ਸਤਿਗੁਰੂ ਜੀ ਚੁੱਪ ਹੋ ਜਾਂਦੇ ਨੇ। ਮਾਤਾ ਤ੍ਰਿਪਤਾ ਜੀ ਕਈ ਵਾਰ ਪਰੇਸ਼ਾਨ ਹੁੰਦੇ ਨੇ ਵੀ ਮੇਰਾ ਨਾਨਕ ਪੁੱਤ ਇਸ ਤਰ੍ਹਾਂ ਚੁੱਪ ਚੁੱਪ ਕਿਉਂ ਰਹਿੰਦਾ। ਕਹਿੰਦੇ ਵੈਦ ਨੂੰ ਬੁਲਾਇਆ ਗਿਆ, ਵੈਦ ਬੁਲਾਇਆ ਵੈਦਗੀ, ਪਕੜ ਢੰਡੋਲੇ ਬਾਹ। ਵੈਦ ਬੁਲਾਇਆ ਗਿਆ ਔਰ ਇਹ ਵੈਦ ਗੁਰੂ ਨਾਨਕ ਸਾਹਿਬ ਜੀ ਦੀ ਬਾਹ ਪਕੜਦਾ ਹੈ ਔਰ ਬਾਹ ਪਕੜ ਕੇ ਨਬਜ਼ ਚੈੱਕ ਕਰਨ ਦਾ ਯਤਨ ਕਰਦਾ। ਜਦੋਂ ਵੈਦ ਨੇ ਗੁਰੂ ਨਾਨਕ ਸਾਹਿਬ ਦੀ ਬਾਹ ਪਕੜੀ ਤੇ ਮੇਰੇ ਸਤਿਗੁਰੂ ਜੀ ਨੇ ਇੱਕੋ ਦਮ ਬਾਹ ਪਿੱਛੇ ਖਿੱਚ ਲਈ ਤੇ ਕਹਿਣ ਲੱਗੇ, ਵੈਦ ਇਹ ਤੁਸੀਂ ਕੀ ਕਰਨ ਲੱਗੇ ਹੋ, ਕੀ ਕਰ ਰਹੇ ਹੋ। ਵੈਦ ਕਹਿਣ ਲੱਗਾ, ਨਾਨਕ ਮੈਂ ਤੇਰੀ ਨਬਜ਼ ਚੈੱਕ ਕਰਕੇ ਤੇਰੀ ਬਿਮਾਰੀ ਦੇਖਣ ਦਾ ਯਤਨ ਕਰ ਰਿਹਾ ਵੀ ਤੈਨੂੰ ਰੋਗ ਕੀ ਹੈ, ਬਿਮਾਰੀ ਕੀ ਹੈ। ਤੇ ਉੱਥੇ ਮਹਾਰਾਜ ਨੇ ਇੱਕ ਬਚਨ ਵਰਤਿਆ। ਮਹਾਰਾਜ ਕਹਿੰਦੇ, ਵੈਦ ਬੁਲਾਇਆ ਵੈਦਗੀ, ਪਕੜ ਢਡੋਲੇ ਬਾਹ, ਭੋਲਾ ਵੈਦ ਨਾ ਜਾਣਈ ਕਰਕ ਕਲੇਜੇ ਮਾਰ। ਕਹਿੰਦੇ ਭੋਲਾ ਵੈਦ ਇਹ ਨਹੀਂ ਜਾਣਦਾ ਵੀ ਰੋਗ ਮੇਰੇ ਸਰੀਰ ਤੇ ਨਹੀਂ, ਇਹ ਦਰਦ ਤਾਂ ਮੇਰੇ ਹਿਰਦੇ 'ਚ ਹੋ ਰਿਹਾ। ਕਾਰਨ ਜਦੋਂ ਜਗਤ ਤੜਫਦਾ ਪਿਆ ਹੈ, ਜਗਤ ਸੜ ਰਿਹਾ ਵਿਕਾਰਾਂ ਦੇ ਨਾਲ, ਤੇ ਇਹ ਸਾੜ ਗੁਰੂ ਨਾਨਕ ਸਾਹਿਬ ਸਹਿ ਨਹੀਂ ਸਕਦੇ। ਗੁਰੂ ਨਾਨਕ ਸਾਹਿਬ ਜਗਤ ਨੂੰ ਤੜਫਦਾ ਨਹੀਂ ਦੇਖ ਸਕਦੇ। ਇਸ ਕਰਕੇ ਮਹਾਰਾਜ ਕਹਿੰਦੇ ਮੇਰਾ ਕਲੇਜਾ ਦੁਖ ਰਿਹਾ, ਮੇਰਾ ਅੰਦਰ ਦੁਖ ਰਿਹਾ। ਤੇ ਭੋਲਾ ਵੈਦ ਤੂੰ ਇਸ ਅਵਸਥਾ ਨੂੰ ਕਿਵੇਂ ਜਾਣੇਗਾ, ਕਿਵੇਂ ਸਮਝੇਗਾ। ਵੈਦ ਕਹਿਣ ਲੱਗਾ, ਨਾਨਕ ਕੀ ਤੇਰੇ ਸਰੀਰ ਨੂੰ ਕੋਈ ਰੋਗ ਨਹੀਂ। ਗੁਰੂ ਸਾਹਿਬ ਕਹਿੰਦੇ ਮੈਨੂੰ ਰੋਗ ਨਹੀਂ। ਤੇ ਵੈਦ ਕਹਿੰਦਾ ਫਿਰ ਚੁੱਪ ਕਿਉਂ ਬੈਠਦੇ ਹੋ। ਤੇ ਗੁਰੂ ਸਾਹਿਬ ਕਹਿੰਦੇ, ਵੈਦ ਜੀ ਮੈਂ ਚੁੱਪ ਇਸ ਕਰਕੇ ਬੈਠਦਾ ਕਿਉਂਕਿ ਮੈਂ ਦੇਖ ਰਿਹਾ ਸਾਰਾ ਜਗਤ ਬਿਮਾਰ ਹੋਇਆ ਪਿਆ ਤੇ ਤੁਸੀਂ ਵੀ ਉਹਨਾਂ 'ਚ ਬਿਮਾਰ ਹੋਏ ਪਏ। ਵੈਦ ਕਹਿੰਦਾ ਕਮਾਲ ਹੋ ਗਈ, ਮੈਂ ਬਿਮਾਰ, ਮੈਂ ਤਾਂ ਬਿਲਕੁਲ ਠੀਕ ਆ, ਬਾਹਰੋਂ ਮੈਂ ਵਿਚਰਦਾ ਹੀ ਆਇਆ, ਮੈਨੂੰ ਤਾਂ ਕੋਈ ਇੰਨੇ ਬਿਮਾਰ ਨਹੀਂ ਲੱਗੇ। ਚਲੋ ਕੋਈ ਨਾ ਕੋਈ ਬਿਮਾਰ ਹੁੰਦਾ, ਤੁਸੀਂ ਕਹਿ ਰਹੇ ਹੋ ਸਾਰਾ ਜਗਤ ਬਿਮਾਰ। ਕਿਹੜੀ ਬਿਮਾਰੀ ਦੀ ਗੱਲ ਕਰ ਰਹੇ ਹੋ, ਕਿਹੜੇ ਰੋਗ ਦੀ ਗੱਲ ਕਰ ਰਹੇ ਹੋ। ਤੇ ਇੱਥੇ ਸਾਡੀਆਂ ਪੁਰਾਤਨ ਸਰੋਤਾਂ ਦੇ ਵਿੱਚ ਲਿਖਿਆ, ਗੁਰੂ ਨਾਨਕ ਸਾਹਿਬ ਨੇ ਵੈਦ ਦੀਆਂ ਬਿਮਾਰੀਆਂ ਦੇ ਨਾਲ ਰਿਲੇਟ ਕਰਕੇ ਸਾਡੇ ਅੰਦਰ ਦੀਆਂ ਬਿਮਾਰੀਆਂ ਦਾ ਇੱਥੇ ਜ਼ਿਕਰ ਕੀਤਾ। ਕਹਿੰਦੇ ਵੈਦ ਚੱਲ ਜਿਹੜੇ ਰੋਗ ਤੂੰ ਦੱਸਦਾ ਹੈ ਨਾ, ਇਹਨਾਂ ਰੋਗਾਂ ਦੇ ਨਾਲ ਹੀ ਰਿਲੇਟ ਕਰਕੇ, ਇਹਨਾਂ ਹੀ ਰੋਗਾਂ ਦੀ ਐਗਜ਼ਾਮਪਲ ਲੈ ਕੇ ਮੈਂ ਦੱਸਦਾ ਹੈ ਕਿ ਅੰਦਰ ਦੇ ਰੋਗ ਕਿਹੜੇ ਨੇ ਔਰ ਇਹ ਰੋਗ ਸਾਰੇ ਜਗਤ ਨੂੰ ਚੰਬੜੇ ਹੋਏ। ਮਹਾਰਾਜ ਨੇ ਪਹਿਲੇ ਰੋਗ ਦਾ ਜ਼ਿਕਰ ਕੀਤਾ, ਕਹਿਣ ਲੱਗੇ ਵੈਦ ਤੂੰ ਹੀ ਕਹਿਣਾ ਹੁੰਦਾ ਹੈ ਨਾ ਵੀ ਜਦੋਂ ਸਰੀਰ ਤਪਣ ਲੱਗ ਪਵੇ, ਮੱਥਾ ਗਰਮ ਹੋਵੇ, ਤੇ ਤੂੰ ਅਕਸਰ ਕਹਿਣਾ ਵੀ ਸਮਝੋ ਸਰੀਰ ਨੂੰ ਬੁਖਾਰ ਚੜ ਗਿਆ, ਸਰੀਰ ਰੋਗੀ ਹੋ ਗਿਆ। ਕਹਿੰਦੇ ਇੱਕ ਮਨ ਦਾ ਵੀ ਬੁਖਾਰ ਹੁੰਦਾ ਹੈ, ਅੰਦਰ ਦਾ ਵੀ ਬੁਖਾਰ ਹੁੰਦਾ ਹੈ। ਸਰੀਰ ਤਪ ਰਿਹਾ ਹੈ ਤੇ ਸਰੀਰ ਨੂੰ ਬੁਖਾਰ ਚੜਿਆ ਹੈ। ਕਈ ਵਾਰੀ ਕੀ ਹੁੰਦਾ ਹੈ ਵੀ ਜਦੋਂ ਦੂਸਰੇ ਦੀ ਤਰੱਕੀ ਹੁੰਦੀ ਹੈ,
ਦੂਸਰੇ ਦੀ ਸੋਭਾ ਹੋਣ ਲੱਗ ਪੈਂਦੀ ਏ ਤੇ ਈਰਖਾਲੂ ਬੰਦੇ ਦਾ ਅੰਦਰ ਤਪਣ ਲੱਗ ਪੈਂਦਾ ਹੈ, ਤਪਨ ਗਿਆ। ਅੰਦਰੋਂ ਸਾੜੇ ਪੈ ਜਾਂਦੇ ਨੇ। ਹੁਣ ਸਰੀਰ ਤਪ ਰਿਹਾ ਸੀ ਤੇ ਸਰੀਰ ਦਾ ਬੁਖਾਰ ਸੀ। ਕਿਸੇ ਦੀ ਤਰੱਕੀ ਨੂੰ ਦੇਖ ਕੇ ਜੇ ਸਾਡਾ ਅੰਦਰ ਸੜ ਰਿਹਾ ਹੈ, ਸਾਡਾ ਅੰਦਰ ਤਪ ਰਿਹਾ ਹੈ, ਮਹਾਰਾਜ ਕਹਿੰਦੇ ਨੇ ਇਹ ਅੰਦਰ ਦਾ ਬੁਖਾਰ ਹੈ। ਇਹ ਅੰਦਰ ਦਾ ਬੁਖਾਰ ਹੈ। ਤੇ ਤੂੰ ਦੇਖ ਲਈ ਜਗਤ ਦੇ ਵਿੱਚ ਕਈਆਂ ਨੂੰ ਇਹ ਬੁਖਾਰ ਚੜੇ ਪਏ ਨੇ, ਕਿਸੇ ਦੀ ਤਰੱਕੀ ਦੇਖ ਕੇ ਸੁਖੀ ਨਹੀਂ ਹੁੰਦੇ। ਕਿਸੇ ਦੀ ਸੋਭਾ ਹੋ ਰਹੀ ਹੋਵੇ ਤੇ ਅੰਦਰੋਂ ਤਪਣ ਲੱਗ ਪੈਂਦੇ ਨੇ ਵੀ ਉਹਦੀ ਸੋਭਾ ਕਿਉਂ ਹੋਣ ਲੱਗ। ਐਸੇ ਬੁਖਾਰ ਬੜਿਆਂ ਨੂੰ ਚੜੇ ਪਏ ਨੇ। ਤੇ ਮਹਾਰਾਜ ਕਹਿੰਦੇ ਅਸਲੀ ਵੈਦ ਉਹੀ ਹੁੰਦਾ ਹੈ ਜਿਹੜਾ ਰੋਗ ਵੀ ਦੱਸੇ ਨਾਲ ਉਹਦੀ ਦਵਾਈ ਵੀ ਦੱਸੇ। ਮੈਂ ਤੈਨੂੰ ਕੇਵਲ ਰੋਗ ਹੀ ਨਹੀਂ ਦੱਸਾਂਗਾ, ਮੈਂ ਦਵਾਈ ਵੀ ਦੱਸਾਂਗਾ। ਜੇ ਤੂੰ ਆਪਣਾ ਆਪ ਦਾ ਇਲਾਜ ਕਰ ਸਕਦਾ ਹੈ ਤਾਂ ਕਰ ਲੈ। ਮਹਾਰਾਜ ਕਹਿੰਦੇ ਇਹ ਅੰਦਰ ਦਾ ਬੁਖਾਰ ਹੈ ਨਾ, ਵੀ ਕਿਸੇ ਦੀ ਤਰੱਕੀ ਦੇਖ ਕੇ ਅੰਦਰ ਤਪਣਾ, ਇਹ ਅੰਦਰ ਦਾ ਬੁਖਾਰ। ਤੇ ਮੈਂ ਫਿਰ ਇਹਦਾ ਇਲਾਜ ਵੀ ਦੱਸਦਾ। ਇਹਦਾ ਇਲਾਜ ਇਹ ਹੈ ਕਿ ਸਾਰਿਆਂ ਨੂੰ ਆਪਣਾ ਮਿੱਤਰ ਸਮਝਣ ਲੱਗ ਜਾਓ, ਇਸ ਰੋਗ ਦਾ ਇਲਾਜ ਹੋ ਜਾਵੇ। ਹੁਣ ਮਿੱਤਰ ਸਮਝਿਆ ਕੀ ਹੋ ਜਾਏਗਾ? ਮਿੱਤਰ ਸਮਝ ਲੈਣਾ ਕਿਸੇ ਨੂੰ ਮਤਲਬ ਉਹਨੂੰ ਆਪਣਾ ਸਮਝ ਲੈਣਾ। ਹੁਣ ਜਿਵੇਂ ਪਿਤਾ ਆਪਣੇ ਪੁੱਤਰ ਨੂੰ ਆਪਣਾ ਸਮਝਦਾ, ਤੇ ਜੇ ਪੁੱਤਰ ਤਰੱਕੀ ਕਰੇ, ਪੁੱਤਰ ਦੀ ਤਰੱਕੀ ਪਿਤਾ ਨੂੰ ਅੰਦਰੋਂ ਸਾੜੇਗੀ ਨਹੀਂ, ਪਿਤਾ ਨੂੰ ਖੁਸ਼ ਕਰੇਗੀ। ਕਿਉਂ? ਕਿਉਂਕਿ ਪਿਤਾ ਪੁੱਤਰ ਨੂੰ ਆਪਣਾ ਸਮਝਦਾ ਹੈ ਤੇ ਆਪਣਿਆਂ ਦੀ ਤਰੱਕੀ ਹਮੇਸ਼ਾ ਖੁਸ਼ੀ ਦਿੰਦੀ ਹੁੰਦੀ ਹੈ, ਕਦੀ ਅੰਦਰੋਂ ਸਾੜਦੀ ਨਹੀਂ ਹੁੰਦੀ। ਜੇ ਅਸੀਂ ਸਾਰੇ ਜਗਤ ਦੇ ਜੀਵਾਂ ਨੂੰ ਆਪਣਾ ਸਮਝਣ ਲੱਗ ਜਾਈਏ ਫਿਰ ਅੰਦਰੋਂ ਖੁਸ਼ ਹੋਵਾਂਗੇ, ਅੰਦਰੋਂ ਤਪਾਂਗੇ ਨਹੀਂ। ਤਾਂ ਇਸ ਬਿਮਾਰੀ ਤੋਂ ਬਚਣ ਦਾ ਹੱਲ ਇਹੀ ਹੈ ਕਿ ਅਸੀਂ ਸਾਰਿਆਂ ਨੂੰ ਆਪਣਾ ਮਿੱਤਰ ਬਣਾ ਲਈਏ। ਸਭ ਕੋ ਮੀਤ ਹਮ ਆਪਨ ਕੀਨਾ। ਇਸ ਤਰ੍ਹਾਂ ਇਹ ਇਲਾਜ ਇਹਦਾ। ਫਿਰ ਮਹਾਰਾਜ ਕਹਿੰਦੇ ਤੇਰੇ ਹੀ ਦੱਸੇ ਮੁਤਾਬਕ, ਤੂੰ ਕਹਿਣਾ ਹੈ ਨਾ ਵੀ ਸਰੀਰ ਦਾ ਇੱਕ ਇਹ ਵੀ ਰੋਗ ਹੁੰਦਾ ਹੈ ਕਿ ਕਈ ਵਾਰੀ ਇਨਸਾਨ ਨੂੰ ਉਲਟੀਆਂ ਆਉਣ ਲੱਗ ਪੈਂਦੀਆਂ ਨੇ। ਇਹ ਹੁਣ ਸਰੀਰ ਦਾ ਰੋਗ ਹੈ, ਉਲਟੀਆਂ ਆਉਣਾ ਸਰੀਰ ਦਾ ਰੋਗ ਹੈ। ਮਹਾਰਾਜ ਕਹਿੰਦੇ ਇਸੇ ਤਰ੍ਹਾਂ ਜਦੋਂ ਬੰਦਾ ਕਿਸੇ ਦੇ ਔਗਣਾਂ ਨੂੰ ਹੀ ਚਿਤਾਰਦਾ ਰਵੇ, ਮੁੱਖ ਤੋਂ ਕਿਸੇ ਪਰਾਈ ਨਿੰਦਿਆ ਹੀ ਕਰਦਾ ਰਵੇ, ਮਹਾਰਾਜ ਕਹਿੰਦੇ ਇਹ ਅੰਦਰ ਦਾ ਬਿਮਾਰ ਹੈ ਔਰ ਇਹ ਉਲਟੀਆਂ ਕਰਨ ਦੇ ਬਰਾਬਰ ਹੈ। ਕਿਉਂਕਿ ਉਲਟੀ ਕਰਨ ਦਾ ਮਤਲਬ ਕੀ ਹੋਇਆ ਕਿ ਗੰਦ ਮੂੰਹ ਥਾਂ ਦੀ ਬਾਹਰ ਕੱਢਣਾ, ਇਹਨੂੰ ਉਲਟੀ ਕਹਿੰਦੇ ਨੇ। ਕੀ ਬਾਤ। ਮਹਾਰਾਜ ਕਹਿੰਦੇ ਹੁਣ ਕਿਸੇ ਦਾ ਗੰਦ, ਜਿਹੜਾ ਗੰਦ ਤੇਰੇ ਅੰਦਰ ਭਰਿਆ ਪਿਆ ਹੈ ਈਰਖਾ ਰੂਪੀ, ਉਹ ਗੰਦ ਤੂੰ ਆਪਣੀ ਜ਼ਬਾਨੋਂ ਬਾਹਰ ਕੱਢ ਰਿਹਾ ਵੀ ਤਾਂ ਫਿਰ ਉਲਟੀ ਹੋਈ ਨਾ। ਇਹ ਅੰਦਰ ਦਾ ਰੋਗ ਹੈ। ਤੇ ਮਹਾਰਾਜ ਕਹਿੰਦੇ ਇਹਦਾ ਵੀ ਇਲਾਜ ਮੈਂ ਤੈਨੂੰ ਦੱਸਾਂ। ਇਹਦਾ ਇਲਾਜ ਇਹ ਹੈ ਵੀ ਸਾਰਿਆਂ ਤੋਂ ਆਪਣੇ ਆਪ ਨੂੰ ਨੀਵਾਂ ਸਮਝਣਾ। ਆਪਣੇ ਆਪ ਨੂੰ ਸਭ ਤੋਂ ਨੀਵਾਂ ਸਮਝਣ ਲੱਗ ਜਾ, ਫਿਰ ਤੈਨੂੰ ਕਿਸੇ ਦੇ ਔਗਣ ਨਹੀਂ ਦਿਖਣਗੇ। ਕਿਉਂਕਿ ਬੰਦਾ ਔਗਣ ਕਿਸੇ ਦੇ ਉਦੋਂ ਤੱਕ ਦੇਖਦਾ ਹੈ ਜਦੋਂ ਬੰਦਾ ਆਪਣੇ ਆਪ ਨੂੰ ਦੂਜਿਆਂ ਤੋਂ ਵੱਡਾ ਸਮਝਣ ਲੱਗ ਜਾਵੇ। ਕਿਉਂਕਿ ਜਦੋਂ ਬੰਦਾ ਆਪਣੇ ਆਪ ਨੂੰ ਉੱਚਾ ਸਮਝਦਾ ਹੈ, ਉਹਨੂੰ ਬਾਕੀ ਸਾਰੇ ਮਾੜੇ ਤੇ ਗਲਤ ਹੀ ਲੱਗਦੇ ਨੇ, ਉਹਨੂੰ ਸਾਰੇ ਮੰਦੇ ਹੀ ਲੱਗਣਗੇ। ਪਰ ਜਦੋਂ ਕੋਈ ਇੰਨੀ ਗਰੀਬੀ ਧਾਰਨ ਕਰ ਲਵੇ, ਇੰਨਾ ਆਪਣੇ ਆਪ ਨੂੰ ਸਮਝਣ ਲੱਗ ਜਾਵੇ ਕਿ ਮੈਂ ਹਮ ਨਹੀਂ ਚੰਗੇ, ਹੁਣ ਇਹ ਅਵਸਥਾ ਬਣ ਗਈ ਨਾ, ਹਮ ਨਹੀਂ ਚੰਗੇ ਬੁਰਾ ਨਹੀਂ ਹੋਏ। ਜਦੋਂ ਇਹ ਅਵਸਥਾ ਬਣੀ ਵੀ ਮੈਂ ਚੰਗਾ ਨਹੀਂ, ਉਦੋਂ ਹੀ ਇਹ ਅਵਸਥਾ ਬਣੇਗੀ ਵੀ ਕੋਈ ਬੁਰਾ ਨਹੀਂ। ਤੇ ਫੇਰ ਹੀ ਇਹ ਉਲਟੀਆਂ ਕਰਨੀਆਂ ਬੰਦ ਕਰੇਗਾ, ਫੇਰ ਹੀ ਨਿੰਦਿਆ ਕਰਨੀ ਬੰਦ ਕਰੇਗਾ। ਇਹ ਇਹਦਾ ਇਲਾਜ। ਫਿਰ ਮਹਾਰਾਜ ਕਹਿੰਦੇ ਤੀਸਰਾ ਰੋਗ ਜਿਹੜਾ ਤੂੰ ਦੱਸਦਾ ਕਿ ਕਈ ਵਾਰੀ ਬੰਦੇ ਦਾ ਸਰੀਰ ਇੰਨਾ ਰੋਗੀ ਹੋ ਜਾਂਦਾ ਵੀ ਇਹਨੂੰ ਭਾਰਾ ਭੋਜਨ ਪਚਦਾ ਨਹੀਂ। ਜਿਵੇਂ ਕਈ ਵਾਰੀ ਭਾਰਾ ਭੋਜਨ ਛਕੇ, ਘਿਓ ਆਦਿਕ ਐਸੇ ਭੋਜਨ ਛਕੇ ਨੂੰ ਪਚਦਾ ਨਹੀਂ, ਇਹਨੂੰ ਕਹਿੰਦੇ ਨੇ ਸਰੀਰ ਦਾ ਰੋਗ। ਇੱਕ ਆਤਮਾ ਦਾ ਵੀ ਰੋਗ ਐਸਾ ਹੈ। ਕਈ ਵਾਰੀ ਬੰਦੇ ਕੋਲ ਧਨ ਇੰਨਾ ਆ ਜਾਵੇ, ਸ਼ੌਹਰਤ ਇੰਨੀ ਆ ਜਾਵੇ, ਸੋਭਾ ਇੰਨੀ ਹੋਣ ਲੱਗ ਪਵੇ, ਇਹਨੂੰ ਧਨ ਪਚਦਾ ਨਹੀਂ, ਹੰਕਾਰੀ ਹੋ ਜਾਂਦਾ। ਹੁਣ ਧਨ ਪਚਿਆ ਨਹੀਂ, ਇਹ ਭਾਰੀਆਂ ਚੀਜ਼ਾਂ ਪਚੀਆਂ ਨਹੀਂ ਤੇ ਹੰਕਾਰੀ ਹੋ ਗਿਆ, ਇਹਨੂੰ ਕਹਿੰਦੇ ਨੇ ਆਤਮਾ ਦਾ ਰੋਗ। ਇਹ ਵੀ ਇੱਕ ਅੰਦਰ ਦਾ ਰੋਗ ਹੈ। ਤੇ ਮਹਾਰਾਜ ਕਹਿੰਦੇ ਇਹਦਾ ਇਲਾਜ ਇਹ ਹੈ ਕਿ ਨਿਮਰਤਾ ਧਾਰਨ ਕਰ ਲਈਏ। ਜਿਸ ਬੰਦੇ ਦੇ ਹਿਰਦੇ ਵਿੱਚ ਗਰੀਬੀ ਹੋਏਗੀ, ਗਰੀਬੀ ਨੂੰ ਗਦਾ ਬਣਾ ਲਿਆ, ਗਰੀਬੀ ਗਦਾ ਹਮਾਰੀ, ਜਿਸ ਬੰਦੇ ਨੇ ਅੰਦਰ ਨਿਮਰਤਾ ਧਾਰਨ ਕਰ ਲਵੀ, ਉਹ ਦੁਨੀਆ ਦਾ ਬਾਦਸ਼ਾਹ ਬਣ ਕੇ ਵੀ ਕਦੀ ਹੰਕਾਰ ਨਹੀਂ ਕਰੇਗਾ, ਦੁਨੀਆ ਦਾ ਬਾਦਸ਼ਾਹ ਬਣ ਕੇ ਵੀ ਆਪਣੇ ਆਪ ਨੂੰ ਨਹੀਂ ਸਮਝੇ। ਇਸ ਰੋਗ ਦਾ ਇਹ ਇਲਾਜ ਹੈ। ਮਹਾਰਾਜ ਕਹਿੰਦੇ ਫਿਰ ਅਗਲਾ ਰੋਗ, ਕਈ ਵਾਰੀ ਸੰਗ ਦੇ ਵਿੱਚ ਕੁਝ ਅੜ ਜਾਵੇ ਤੇ ਖਾਂਸੀ ਆਉਣੀ ਸ਼ੁਰੂ ਹੋ ਜਾਂਦੀ। ਇਹ ਸਰੀਰ ਦਾ ਰੋਗ ਹੈ। ਇਹ ਪੁਰਾਤਨ ਸਰੋਤਾਂ ਦੇ ਵਿੱਚ ਸਾਰੇ ਰੋਗਾਂ ਦਾ ਜ਼ਿਕਰ ਕੀਤਾ ਹੈ, ਮੈਂ ਉਹੀ ਹਵਾਲੇ ਦੇ ਕੇ ਆਪ ਸੰਗਤਾਂ ਦੇ ਸਨਮੁਖ ਰੱਖ। ਸੰਗ ਦੇ ਵਿੱਚ ਕੁਝ ਅੜ ਜਾਵੇ ਤੇ ਖੰਘ ਆਉਣੀ ਸ਼ੁਰੂ ਹੋ ਜਾਂਦੀ, ਇਹ ਸਰੀਰ ਦਾ ਰੋਗ। ਤੇ ਕਹਿੰਦੇ ਇਸੇ ਤਰ੍ਹਾਂ
ਕਈ ਵਾਰੀ ਸਾਡਾ ਮਨ ਸਵਾਦਿਸ਼ਟ ਭੋਜਨਾਂ ਤੇ ਅੜ ਜਾਂਦਾ, ਸਿਰਫ ਖਾਂਦੇ ਆ ਦੁਨੀਆ ਦਾ ਰਸ ਮਾਣਨ ਲਈ। ਕਿਆ ਜਿਵੇਂ ਅਕਸਰ ਕਈ ਧਾਰਮਿਕ ਪੁਰਸ਼ ਕਹਿੰਦੇ ਹੁੰਦੇ ਨੇ, ਇਨਸਾਨ ਨੇ ਖਾਣਾ ਇਸ ਕਰਕੇ ਹੈ ਤਾਂ ਕਿ ਸਰੀਰ ਤੰਦਰੁਸਤ ਰਵੇ। ਹੂੰ ਪਰ ਕਈ ਵਾਰੀ ਬੰਦਾ ਜਿਉਣ ਲਈ ਨਹੀਂ ਖਾਂਦਾ, ਸਿਰਫ ਖਾਣ ਲਈ ਜਿਉਣ ਲੱਗ ਪੈਂਦਾ। ਹੂੰ ਸਵਾਦਿਸ਼ਟ ਭੋਜਨਾਂ ਤੇ ਮਨ ਅੜ ਜਾਵੇ ਤੇ ਮਹਾਰਾਜ ਕਹਿੰਦੇ ਇਹ ਵੀ ਇੱਕ ਆਤਮਾ ਦਾ ਰੋਗ ਹੈ, ਤੇ ਇਹਦਾ ਇਲਾਜ ਹੈ ਸੰਜਮ ਰੱਖਣਾ। ਸੰਜਮ ਇਹਦਾ ਇਲਾਜ ਹੈ ਕਿ ਜੋ ਲੋੜ ਹੈ ਉਹਨੂੰ ਭੋਗ। ਜਿੰਨੇ ਬਸਤਰ ਪਹਿਨਣ ਦੀ ਲੋੜ ਹੈ, ਇਹ ਨਹੀਂ ਵੀ ਰੋਕਿਆ ਵੀ ਬਸਤਰ ਨਹੀਂ ਪਹਿਨਣੇ, ਖਾਣਾ ਨਹੀਂ ਖਾਓ, ਪਰ ਜੋ ਲੋੜ ਹੈ। ਪਰ ਜੇ ਅਸੀਂ ਲੋੜ ਤੋਂ ਜ਼ਿਆਦਾ ਖਾਣ ਲੱਗ ਪਵਾਂਗੇ ਤੇ ਮਹਾਰਾਜ ਨੇ ਬਚਨ ਵਰਤਿਆ ਨਾ, ਬਾਬਾ ਹੋਰ ਖਾਣਾ ਤੁਸੀਂ ਖੁਆਰ, ਵਾਹ ਵਾਹ, ਜਿਤ ਖਾਧੇ ਤਾਂ ਜਿਹੜੀ ਹੈ ਮਨ ਮਹਿ ਮਨ ਨਾ ਚੱਲੇ ਚੱਲੇ ਬੇਕਾਰ। ਬੇਕਾਰ। ਤੋ ਇਹਦਾ ਇਲਾਜ ਹੈ ਸੰਜਮ ਰੱਖਣਾ। ਫਿਰ ਮਹਾਰਾਜ ਨੇ ਅਗਲੇ ਰੋਗ ਦਾ ਜ਼ਿਕਰ ਕੀਤਾ। ਮਹਾਰਾਜ ਕਹਿੰਦੇ ਕਈ ਵਾਰੀ ਅੰਦਰ ਬਲਗਮ ਜੰਮਣ ਲੱਗ ਪੈਂਦੀ ਹੈ, ਇਹਨੂੰ ਕਹਿੰਦੇ ਨੇ ਸਰੀਰ ਦਾ ਰੋਗ। ਤੇ ਆਤਮਾ ਦਾ ਰੋਗ ਇਹ ਹੈ ਵੀ ਸਾਡੇ ਅੰਦਰ ਵਿਕਾਰਾਂ ਰੂਪੀ ਬਲਗਮ ਜੰਮ ਪਵੇ। ਹੂੰ ਅੰਦਰ ਕਾਮ ਆ ਗਿਆ, ਕ੍ਰੋਧ ਆ ਗਿਆ, ਲੋਭ ਆ ਗਿਆ, ਮੋਹ ਆ ਗਿਆ। ਇਹ ਆਤਮਾ ਦਾ ਰੋਗ ਹੈ। ਤੇ ਇਹਨਾਂ ਸਾਰੇ ਹੀ ਰੋਗਾਂ ਦਾ ਇਲਾਜ ਹੈ ਗੁਰੂ ਦੇ ਸ਼ਬਦ ਨਾਲ ਜੁੜ ਜਾਣਾ। ਮਹਾਰਾਜ ਕਹਿੰਦੇ ਹੁਣ ਜਗਤ ਦੇ ਵੱਲ ਧਿਆਨ ਨਾਲ ਦੇਖ ਵੈਦ, ਇਸ ਦੁਨੀਆ ਦੇ ਵਿੱਚ ਜਿੰਨੇ ਵੀ ਲੋਕ ਨੇ, ਕਿਸੇ ਨੂੰ ਕਾਮ ਦਾ ਰੋਗ ਲੱਗਾ ਹੈ, ਕਿਸੇ ਨੂੰ ਕ੍ਰੋਧ ਦਾ ਰੋਗ ਲੱਗਾ ਹੈ, ਕੋਈ ਹੰਕਾਰ ਦੇ ਨਾਲ ਰੋਗੀ ਹੋਇਆ ਪਿਆ ਹੈ, ਕੋਈ ਕਿਸੇ ਦੀ ਤਰੱਕੀ ਨਹੀਂ ਸਿਖਾ ਰਿਹਾ, ਤਰੱਕੀ ਦੇਖ ਕੇ ਅੰਦਰੋਂ ਸੜ ਰਿਹਾ ਹੈ। ਐਸੇ ਰੋਗਾਂ ਦੇ ਨਾਲ ਸਾਰੀ ਦੁਨੀਆ ਤੜਫ ਰਹੀ ਹੈ। ਤੇ ਇਹ ਦੁਨੀਆ ਦੀ ਤੜਫ ਦੇਖ ਕੇ ਮੈਨੂੰ ਅੰਦਰ ਜਿਹੜਾ ਹੈ ਮੇਰਾ ਚੁੱਪ ਹੋ ਕੇ ਬੈਠ ਗਿਆ। ਮੈਂ ਇਸ ਚਿੰਤਨ ਵਿੱਚ ਜੁੜਿਆ ਹਾਂ ਕਿ ਇਸ ਜਗਤ ਦਾ ਉਧਾਰ ਕਿਵੇਂ ਕਰਨਾ ਹੈ। ਇਹ ਇਲਾਜ ਹੈ। ਜੇ ਤੂੰ ਇਹ ਇਲਾਜ ਦੁਨੀਆ ਦਾ ਕਰ ਸਕਦਾ ਹੈ, ਕਰ ਲੈ। ਮੈਨੂੰ ਨਹੀਂ ਲੱਗਦਾ ਐਸੀ ਦਵਾਈ ਤੇਰੇ ਪਾਸ ਹੈ। ਮਹਾਰਾਜ ਕਹਿੰਦੇ ਭਲਾ ਵੈਦ ਉਹੀ ਹੈ ਜਿਹੜਾ ਰੋਗ ਦੇ ਨਾਲ ਦਵਾਈ ਦੱਸੇ। ਦੁਨੀਆ ਦੇ ਵਿੱਚ ਸਰੀਰ ਨੂੰ ਰੋਗ ਲੱਗਾ ਹੋਵੇ ਨਾ, ਸਰੀਰ ਦੇ ਰੋਗੀ ਤਾਂ ਪਰਮਾਤਮਾ ਦੇ ਘਰ ਪ੍ਰਵਾਨ ਹੋ ਜਾਣਗੇ, ਪਰ ਜਿਨ੍ਹਾਂ ਦੀ ਆਤਮਾ ਨੂੰ ਰੋਗ ਲੱਗ ਗਏ ਉਹ ਪਰਮਾਤਮਾ ਦੇ ਘਰ ਪ੍ਰਵਾਨ ਨਹੀਂ ਹੋ ਸਕਦੇ। ਮੈਂ ਸਿਰਫ ਕੁਝ ਕੁ ਸਕਿੰਟਾਂ ਦੀ ਇੱਕ ਹੋਰ ਗਾਥਾ ਸਨਮੁਖ ਰੱਖਣੀ ਹੈ ਤਾਂ ਕਿ ਇਹ ਗੱਲ ਸੌਖਿਆਂ ਸਮਝ ਲਵੇ। ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਜੀਵਨ ਦੇ ਵਿੱਚ ਇਸ ਗੱਲ ਤੇ ਜ਼ੋਰ ਦਿੱਤਾ, ਭਾਈ ਸਭ ਤੋਂ ਵੱਡਾ ਰੋਗ ਆਤਮਾ ਦਾ ਰੋਗ ਹੈ। ਸਰੀਰ ਦਾ ਰੋਗ ਕੋਈ ਵੱਡੀ ਗੱਲ ਨਹੀਂ। ਹੂੰ ਹੋ ਸਕਦਾ ਸਰੀਰ ਦਾ ਰੋਗ ਠੀਕ ਵੀ ਹੋ ਜਾਵੇ, ਨਹੀਂ ਤੇ ਬੰਦਾ ਮਰ ਵੀ ਜਾਵੇ ਰੋਗ ਦੇ ਨਾਲ। ਇਹ ਜ਼ਰੂਰੀ ਨਹੀਂ ਵੀ ਉਹ ਪ੍ਰਮਾਤਮਾ ਦੇ ਘਰੋਂ ਫਿਟਕਾਰ ਦਿੱਤਾ ਜਾਵੇਗਾ। ਸਰੀਰ ਦੇ ਰੋਗੀ ਵੀ ਪ੍ਰਮਾਤਮਾ ਦੇ ਘਰ ਪ੍ਰਵਾਨ ਹੋ ਜਾਂਦੇ ਨੇ, ਪਰ ਆਤਮਾ ਦੇ ਰੋਗੀ ਪ੍ਰਮਾਤਮਾ ਦੇ ਦਰ ਤੇ ਪ੍ਰਵਾਨ ਨਹੀਂ ਹੋਣਗੇ ਕਦੀ। ਮੇਰੇ ਸਤਿਗੁਰੂ ਜੀ ਉਸ ਕੋੜੀ ਦੇ ਟੁੱਟੀ ਹੋਈ ਝੋਂਪੜੀ ਦੇ ਸਾਹਮਣੇ ਖੜੇ ਸੀ ਨਾ, ਤੇ ਮੇਰੇ ਸਤਿਗੁਰੂ ਜੀ ਨੇ ਉਸ ਕੋੜੀ ਨੂੰ ਗਲਵੱਕੜੀ ਚਲਾ ਕੇ ਕਿਹਾ ਸੀ ਕਿ ਭਾਈ ਤੇਰਾ ਤਾਂ ਸਰੀਰ ਹੀ ਕੋੜ ਦੇ ਨਾਲ ਤਪ ਰਿਹਾ ਹੈ ਨਾ, ਤੂੰ ਤਾਂ ਸਰੀਰ ਦੇ ਰੋਗ ਕਰਕੇ ਤੜਫ ਰਿਹਾ ਹੈ, ਤੇ ਤੂੰ ਤਾਂ ਫਿਰ ਵੀ ਪਰਮਾਤਮਾ ਦੇ ਘਰ ਪ੍ਰਵਾਨ ਹੋ ਸਕਦਾ ਹੈ। ਮੈਂ ਦੇਖ ਰਿਹਾ ਜਿਹੜੇ ਬੰਦੇ ਆਤਮਾ ਦੇ ਰੋਗ ਦੇ ਨਾਲ ਗ੍ਰਸੇ ਹੋਏ ਨੇ ਨਾ, ਉਹ ਸਭ ਤੋਂ ਵੱਡੇ ਰੋਗੀ ਨੇ, ਔਰ ਉਹ ਪਰਮਾਤਮਾ ਦੇ ਘਰ ਪ੍ਰਵਾਨ ਨਹੀਂ ਹੋ ਸਕਦੇ। ਜੈ ਤਨ ਬਾਣੀ ਵਿਸਰ ਜਾਏ ਜੋ ਪੱਕਾ ਰੋਗੀ। ਜਿਹੜੇ ਅੰਦਰੋਂ ਪਰਮਾਤਮਾ ਨੂੰ ਵਿਸਾਰ ਦਿੰਦੇ ਨੇ ਉਹ ਇਸ ਤਰ੍ਹਾਂ ਤੜਫਦੇ ਨੇ ਜਿਵੇਂ ਰੋਗੀ ਤੜਫਦੇ। ਤੋ ਸਤਿਗੁਰੂ ਜੀ ਨੇ ਇਸ ਪ੍ਰਕਾਰ ਇਹਨਾਂ ਰੋਗਾਂ ਦਾ ਜ਼ਿਕਰ ਕੀਤਾ ਹੈ। ਮੇਰੇ ਦਾਤਾ ਜੀ ਰਹਿਮਤ ਕਰਨ। ਅਸੀਂ ਕਈ ਵਾਰੀ ਸਰੀਰ ਦੇ ਰੋਗਾਂ ਦਾ ਤਾਂ ਅਹਿਸਾਸ ਕਰ ਲੈਂਦੇ ਆ, ਉਹਦੀ ਦਵਾਈ ਵੀ ਲੱਭਣ ਚਲੇ ਜਾਂਦੇ ਆ, ਔਰ ਸਰੀਰ ਨੂੰ ਤੰਦਰੁਸਤ ਕਰਨ ਲਈ ਡਾਕਟਰ ਪਾਸ ਵੀ ਚਲੇ ਜਾਂਦੇ ਆ। ਕਿੰਨੇ ਸਮੇਂ ਤੋਂ, ਮੁੱਦਤਾਂ ਤੋਂ ਸਾਡੇ ਅੰਦਰ ਬਿਮਾਰ ਪਏ ਨੇ। ਇਹ ਸੋਚਣ ਵਾਲੀ ਗੱਲ ਹੈ ਕਿ ਅਸੀਂ ਗੁਰੂ ਵੈਦ ਕੋਲ ਆ ਕੇ ਇਸ ਇਲਾਜ ਨੂੰ ਲੱਭਣ ਦਾ ਯਤਨ ਕਰ ਰਹੇ ਹਾਂ। ਸਤਿਗੁਰੂ ਰਹਿਮਤ ਕਰਨ, ਅਸੀਂ ਅੰਦਰੋਂ ਵੀ ਬਿਲਕੁਲ ਦਰੁਸਤ ਹੋਈਏ, ਗੁਰੂ ਸ਼ਬਦ ਦੇ ਨਾਲ ਜੁੜ ਕੇ ਅੰਦਰੋਂ ਵੀ ਇਹਨਾਂ ਰੋਗਾਂ ਤੋਂ ਛੁਟਕਾਰਾ ਪਾਈਏ। ਸਤਿਗੁਰੂ ਜੀ ਰਹਿਮਤ ਕਰਨ। ਬਹੁਤ ਖੂਬ, ਬਹੁਤ ਖੂਬ। ਗੁਰੂ ਪਾਤਸ਼ਾਹ ਕਿਰਪਾ ਕਰਨ। ਜਿੱਥੇ ਅਸੀਂ ਕਹਿੰਦੇ ਹਾਂ ਕਿ ਮੇਰਾ ਵੈਦ ਗੁਰੂ ਗੋਬਿੰਦਾ, ਜਿੱਥੇ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੂੰ ਕਹਿੰਦੇ ਹਾਂ ਕਿ ਮੇਰੇ ਪਿਤਾ ਜੀ ਨੇ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੂੰ ਅਸੀਂ ਕਹਿੰਦੇ ਮੇਰੀ ਮਾਂ ਹੈ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ। ਕੈਸੀ ਕਮਾਲ ਦੀ ਬਾਤ ਹੈ। ਗੁਰੂ ਸਾਹਿਬ ਨੂੰ ਅਸੀਂ ਭਰਾ ਵੀ ਕਹਿੰਦੇ ਹਾਂ, ਤੂੰ ਮੇਰਾ ਭਰਾਤਾ। ਉੱਥੇ ਜਦੋਂ ਅਸੀਂ ਗੁਰੂ ਸਾਹਿਬ ਨੂੰ ਟੀਚਰ ਮੰਨਦੇ ਹਾਂ, ਗੁਰੂ ਸਾਹਿਬ ਨੂੰ ਮੇਰਾ ਵੈਦ ਗੁਰੂ ਗੋਬਿੰਦਾ ਮੰਨਦੇ ਹਾਂ, ਫਿਰ ਅਸੀਂ ਗੁਰਬਾਣੀ ਨੂੰ ਆਪ ਅਰਥਾਂ ਸਮੇਤ ਸਹਿਜ ਪਾਠ ਕਰੀਏ। ਹਰ ਗੁਰੂ ਕਾ ਗੁਰਸਿੱਖ ਖੁਦ ਸਹਿਜ ਪਾਠ ਕਰੇ ਤੇ ਸਹਿਜ ਪਾਠ ਕਰਦੇ ਹਾਂ ਇਸ ਮਨ ਵਿੱਚ ਇਹ ਭਾਵਨਾ ਰੱਖੇ ਕਿ ਮੇਰਾ ਮਨ ਰੋਗੀ ਹੈ, ਮੇਰਾ ਸੁਭਾਅ ਰੋਗੀ ਹੈ, ਤੇ ਮੈਂ ਆਪਣੇ ਰੋਗਾਂ ਦੀ ਡਾਇਗਨੋਜ਼ ਕਰਾਉਣ ਵਾਸਤੇ
ਗੁਰੂ ਪਾਤਸ਼ਾਹ ਦੇ ਕੋਲ ਜਾਣਾ ਹੈ। ਤੇ ਗੁਰਬਾਣੀ ਦਾ ਗਿਆਨ, ਗੁਰਬਾਣੀ ਦੀਆਂ ਸਿੱਖਿਆਵਾਂ ਇੱਕ ਐਸਾ ਖਜ਼ਾਨਾ ਹੈ ਜਿਹਨੇ ਤੈਨੂੰ ਖੁਦ ਡਾਇਗਨੋਜ਼ ਕਰਨੀ ਸਿਖਾਉਣੀ ਹੈ, ਜਿਹਨੇ ਖੁਦ ਤੈਨੂੰ ਟ੍ਰੀਟਮੈਂਟ ਸਿਖਾ ਦੇਣੀ ਹੈ, ਜਿਹਨੇ ਖੁਦ ਤੈਨੂੰ ਨਾਮ ਔਖਦ ਦੇ ਦੇਣਾ ਹੈ, ਜਿਹਦੇ ਨਾਲ ਇਹ ਸੁਭਾਅ ਤੰਦਰੁਸਤ ਹੋ ਜਾਏਗਾ। ਜਿਤਨੇ ਤੰਦਰੁਸਤ ਸੁਭਾਅ ਹੋਣਗੇ ਸਮਾਜ ਸੁਧਰੇਗਾ। ਤੁਹਾਡਾ ਬਹੁਤ ਬਹੁਤ ਧੰਨਵਾਦ। ਅਗਲੇ ਹਫਤੇ ਫਿਰ ਇੱਕ ਸਾਖੀ ਲੈ ਕੇ ਆਪਾਂ ਹਾਜ਼ਰ ਹੋਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਡੀਓ ਇਹ ਸਨ ਇੰਜੀਨੀਅਰ ਹਰਜੋਤ ਸਿੰਘ ਜੀ, ਜੋ ਕਿ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ ਪ੍ਰੋਗਰਾਮ ਦੇ ਵਿੱਚ ਹਰ ਹਫਤੇ ਇੱਕ ਨਵੀਂ ਸਾਖੀ ਲੈ ਕੇ ਹਾਜ਼ਰ ਹੁੰਦੇ ਨੇ। ਮੈਂ ਸਾਰੇ ਦਰਸ਼ਕਾਂ ਨੂੰ ਇੱਕ ਬੇਨਤੀ ਕਰਾਂਗਾ, ਗੁਰੂ ਗਿਆਨ ਟੀਵੀ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਲੈਣਾ ਤਾਂ ਕਿ ਹਰ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਪਹੁੰਚ ਜਾਵੇ। ਆਪਣੇ ਰਿਸ਼ਤੇਦਾਰਾਂ, ਮਿੱਤਰਾਂ, ਦੋਸਤਾਂ ਨੂੰ ਜ਼ਰੂਰ ਦੱਸਣਾ ਤਾਂ ਕਿ ਸਾਡੇ ਬੱਚੇ, ਸਾਡੇ ਨੌਜਵਾਨ ਪੀੜ੍ਹੀ ਇਸ ਤੋਂ ਲਾਹਾ ਪ੍ਰਾਪਤ ਕਰ ਸਕਣ। ਮੈਂ ਤੇ ਕਹਾਂਗਾ ਪੇਰੈਂਟਸ ਵੀ ਇਸ ਤੋਂ ਲਾਹਾ ਪ੍ਰਾਪਤ ਕਰ ਸਕਣ। ਆਪਣੇ ਬੱਚਿਆਂ ਨੂੰ ਨਾਲ ਬੈਠ ਕੇ, ਨਾਲ ਬਿਠਾ ਕੇ ਉਹਨਾਂ ਨੂੰ ਇਹ ਵੀਡੀਓ ਦਿਖਾਓ। ਉਹਨਾਂ ਨੂੰ ਜਿਤਨੀ ਕੁ ਸਮਝ ਆਉਂਦੀ ਹੈ ਉਹਦੇ ਨਾਲ ਨਾਲ ਜੋ ਸਮਝ ਤੁਹਾਨੂੰ ਆਉਂਦੀ ਹੈ ਉਹਨਾਂ ਨੂੰ ਐਕਸਪਲੇਨ ਕਰੋ। ਉਹਨਾਂ ਦੀ ਸਮਝ ਜਿਹੜੀ ਹੈ ਉਹ ਸ਼ੇਅਰ ਕਰਾਓ। ਬੱਚੇ ਤੁਹਾਨੂੰ ਦੱਸਣ ਕਿ ਮੈਨੂੰ ਇਸ ਵਿੱਚੋਂ ਕੀ ਸਮਝ ਆਈ, ਤੁਸੀਂ ਬੱਚਿਆਂ ਨੂੰ ਦੱਸੋ ਕਿ ਮੈਨੂੰ ਆਹ ਸਮਝ ਆਈ। ਬੱਚਿਆਂ ਨੂੰ ਸਵਾਲ ਪੁੱਛੋ। ਹਰ ਹਫਤੇ ਇੱਕ ਸਾਖੀ ਤੇ ਉਸ ਸਾਖੀ ਦੀ ਸਿੱਖਿਆ ਆਪਾਂ ਆਪਣੇ ਅੰਦਰ ਸਮੋ ਲਈਏ ਤੇ ਬੱਚਿਆਂ ਦੇ ਅੰਦਰ ਸਮੋ ਜਾਵੇ। ਗੁਰੂ ਪਾਤਸ਼ਾਹ ਕਿਰਪਾ ਕਰਨ, ਇਹ ਸਿੱਖੀ ਦੀ ਬਗੀਚੀ ਖਿੜੀ ਰਹੇਗੀ। ਨਾਲ ਮੈਂ ਦਰਸ਼ਕਾਂ ਨੂੰ ਬੇਨਤੀ ਕਰ ਦੇਵਾਂ, ਜਿਨ੍ਹਾਂ ਨੂੰ ਸਾਡੇ ਪ੍ਰੋਗਰਾਮ ਚੰਗੇ ਲੱਗਦੇ ਨੇ, ਪਲੀਜ਼ ਤੁਸੀਂ ਇਹਨਾਂ ਨੂੰ ਆਪਣੀ ਫੇਸਬੁੱਕ ਪ੍ਰੋਫਾਈਲ ਦੇ ਉੱਪਰ ਜ਼ਰੂਰ ਸ਼ੇਅਰ ਕਰੋ। ਵਟਸਐਪ ਰਾਹੀਂ, ਹੋਰ ਜੋ ਵੀ ਤੁਹਾਡੇ ਕੋਲੇ ਸੋਰਸਸ ਹਨ ਉਹਨਾਂ ਰਾਹੀਂ ਘਰ ਘਰ ਤੱਕ ਆਪਾਂ ਰਲ ਮਿਲ ਕੇ ਪਹੁੰਚਾਈਏ। ਤੁਹਾਡਾ ਸਾਰਿਆਂ ਦਾ ਧੰਨਵਾਦ। ਅਗਲੇ ਹਫਤੇ ਫਿਰ ਇੱਕ ਨਵੀਂ ਸਾਖੀ ਰਾਹੀਂ ਵੀਰ ਜੀ ਹੋਰੀ ਤੁਹਾਡੇ ਰੂਬਰੂ ਹੋਣਗੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।